बिस्मिल्लाहिर्रहमानिर्रहीम अस्सलाम वालेकुम। ਇਹ ਉਹ ਕਿਤਾਬਾਂ ਨੇ ਟੇਲਸ ਫਰਾਮ ਸ਼ੇਕਸਪੀਅਰ, ਬੇਕਨਸ ਐਸੇ, ਅਨਪਾਪੂਲਰ ਐਸੇ, ਜਿਹੜੇ CSS ਦੇ ਵਿੱਚ ਇੰਗਲਿਸ਼ ਐਸੇ ਦੀ ਤਿਆਰੀ ਕਰਨ ਵਾਸਤੇ ਮੈਂ ਲਈਆਂ ਹਨ। ਦੀ ਗ੍ਰੇਟ ਗੇਮ, ਕਲਚਰ ਐਂਡ ਇੰਪੀਰੀਅਲਿਜ਼ਮ, ਅਤੇ ਕੀ ਨਾਂ ਹੈ, ਵਾਈ ਨੇਸ਼ਨਸ ਫੇਲ, ਦੀ ਰਿਵੈਂਜ ਆਫ ਜੀਓਗ੍ਰਾਫੀ। ਇਹ ਉਹ ਕਿਤਾਬਾਂ ਨੇ ਜਿਹੜੀਆਂ ਇੰਟਰਨੈਸ਼ਨਲ ਰਿਲੇਸ਼ਨ ਦੀ ਤਿਆਰੀ ਵਾਸਤੇ ਰਿਕਮੈਂਡ ਨੇ CSS ਦੇ ਵਿੱਚ ਕਿ ਤੁਸੀਂ ਕਰੋ ਤਿਆਰੀ। ਸਾਰੀਆਂ ਅੰਗਰੇਜ਼ੀ 'ਚ ਨੇ, ਹਾਲੇ ਇਹਨਾਂ ਦਾ ਉਰਦੂ ਤਰਜਮਾ ਵੀ ਹੋ ਸਕਦਾ, ਲੇਕਿਨ ਉਹ ਸਾਨੂੰ ਆਉਂਦੇ ਨੇ ਅੰਗਰੇਜ਼ੀ 'ਚ ਪੜ੍ਹੋ। ਇਹ ਸ਼ਹਾਬਨਾਮਾ ਪਾਕਿਸਤਾਨ ਦੀ ਬਿਊਰੋਕਰੇਸੀ ਦੀ ਤਾਰੀਖ ਨੂੰ ਸਮਝਣ ਵਾਸਤੇ। ਇਹ ਵੇ ਤੁਰਕੀ ਦੇ ਕਾਲਮ ਨੇ ਉਹਨਾਂ ਰਹਿਨਮਾਇਸ਼। ਇਹ ਖੁਤਬਾਤ ਬਹਾਵਲਪੁਰ ਹੈ। ਇਹ ਮੌਲਾਨਾ ਮਦੂਦੀ ਦੀਆਂ ਕੁਛ ਕਿਤਾਬਾਂ ਨੇ ਵਿੱਚ। ਇਹ ਮੁਸੱਦਸ ਹਾਲੀ ਹੈ। ਇਹ ਅਹਿਦ ਮੁਗਲੀਆ ਦੀ ਤਾਰੀਖ ਹੈ। ਇਹ ਉਰਦੂ 'ਚ ਕਿਤਾਬ ਹੈ। ਇਹ ਮੈਂ 2-3 ਦਿਨ 'ਚ ਪੜ੍ਹ ਲੈਣਾ। ਏਸ਼ੀਆ ਦਾ ਮੁਕੱਦਮਾ ਮਹਾਤੀਰ ਮੁਹੰਮਦ ਦੀ ਕਿਤਾਬ ਮੈਂ ਹੁਣ ਪੜ੍ਹੀ ਹੈ, 1-2 ਦਿਨ ਲੱਗਾ ਪੜ੍ਹਨ ਦਾ। ਇਹ ਮਾਡਰਨ ਵਰਲਡ ਹਿਸਟਰੀ ਵੀ ਪੜ੍ਹੀ ਸੀ, ਅੰਗਰੇਜ਼ੀ 'ਚ ਪੜ੍ਹੀ ਹੈ। ਹੁਣ ਇਹ ਵੇ ਐਨ ਐਡਵਾਂਸ ਹਿਸਟਰੀ ਆਫ ਇੰਡੀਆ। ਇਹ ਮੈਂ ਪੜ੍ਹਨਾ ਚਾਹੁੰਦਾ। 1000 ਸਫ਼ਿਆਂ ਦੀ ਕਿਤਾਬ ਹੈ। ਜੇ ਇਹ ਉਰਦੂ ਦੇ ਵਿੱਚ ਹੋਏ ਤਾਂ ਮੈਂ 10 ਦਿਨਾਂ 'ਚ ਵੱਧ ਤੋਂ ਵੱਧ ਪੜ੍ਹ ਦਿਆਂਗਾ। 100 ਸਫ਼ੇ ਰੋਜ਼ ਦੇ ਕਹਿ ਲਓ, ਜਾਂ 150-200 ਹੀ 4-5 ਦਿਨਾਂ 'ਚ ਪੜ੍ਹ ਦਿਆਂਗਾ, ਕਿਉਂਕਿ ਇਹ ਤਰੀਕ ਇਸਲਾਮ ਹੈ 500 ਸਫ਼ਿਆਂ ਦੀ ਹੈ। ਮੈਂ 2-3 ਦਿਨ 'ਚ ਪੜ੍ਹ ਦੇਣਾ ਵਾ। ਇਹ ਜ਼ਾਵੀਆ ਹੈ ਕਿ ਇੰਗਲਿਸ਼ 'ਚ ਹੋਣ ਦੀ ਵਜ੍ਹਾ ਤੋਂ ਅਸੀਂ ਇੰਡੀਆ ਦੀ ਜਿਹੜੀ ਸਾਡੀ ਐਡਵਾਂਸ ਹਿਸਟਰੀ ਹੈ, ਇੱਕ ਹਿੰਦੂ ਨੇ ਲਿਖੀ ਹੈ ਨਾ, ਮਜੁਮਦਾਰ ਹੈ। ਸਾਡੇ ਕੋਲ ਇੰਡੀਆ ਦੀਆਂ ਲਿਖੀਆਂ ਕਿਤਾਬਾਂ ਵੀ ਅੰਗਰੇਜ਼ੀ 'ਚ ਆ ਰਹੀਆਂ ਨੇ। ਈਸਟ ਇੰਡੀਆ ਔਰ ਬਾਗੀ ਉਲਮਾ, ਈਸਟ ਇੰਡੀਆ ਕੰਪਨੀ। ਦਾਮਨ ਦੇ ਮੋਤੀ, ਉਸਤਾਦ ਦਾਮਨ ਕਾਨਫਰੰਸ 'ਚ ਅਗਲੇ ਦਿਨ ਗਿਆ ਹਾਂ। ਪੰਜਾਬੀ ਦੀ ਕਿਤਾਬ ਹੈ। ਕੁਲੀਆਤੇ ਸਾਗਰ, ਗੁਫ਼ਤਗੂ ਹੈ ਵਾਸਫ ਅਲੀ ਵਾਸਫ ਸਾਹਿਬ ਦੀ। ਇਹ ਮੈਂ ਕਿਤਾਬਾਂ ਪੜ੍ਹੀਆਂ ਨੇ ਪਿੱਛੇ। ਇਸਲਾਮੀ ਤਾਰੀਖ ਜਿਹੜੀ ਹੈ ਹਿੰਦੁਸਤਾਨ ਦੀ, ਉਹਦੇ 'ਤੇ 3 ਕਿਤਾਬਾਂ ਨੇ। ਇਹ ਜਿਹੜੀਆਂ ਪਾਕਿਸਤਾਨ ਦੇ ਮੁਤਲਕ ਅੰਗਰੇਜ਼ੀ 'ਚ ਕਿਤਾਬਾਂ ਨੇ, ਫਰੀडम ਐਟ ਮਿਡਨਾਈਟ ਪਾਕਿਸਤਾਨ, ਬਿਯੋਂਡ ਦੀ ਕ੍ਰਾਈਸਿਸ ਸਟੇਟ, ਮਲੀਹਾ ਲੋਧੀ ਨੇ ਲਿਖੀ ਹੈ। ਇਹ ਮਲੀਹਾ ਲੋਧੀ ਪਾਕਿਸਤਾਨੀ, ਲੇਕਿਨ ਉਹਨੇ ਅੰਗਰੇਜ਼ੀ 'ਚ ਲਿਖੀ ਹੈ। ਪਾਕਿਸਤਾਨ ਐਂਡ ਵਰਲਡ ਅਫੇਅਰਸ, ਸ਼ਮਸ਼ਾਦ ਅਹਿਮਦ ਸਾਹਿਬ ਨੇ ਲਿਖੀ ਹੈ, ਅਤੇ ਥੱਲੇ ਜਨਾਬ ਪਾਕਿਸਤਾਨ ਹੈ। ਇਹ ਉਹ ਮੋਟੀਵੇਸ਼ਨ ਦੀਆਂ ਕਿਤਾਬਾਂ ਨੇ। ਅਟਾਮਿਕ ਹੈਬਿਟਸ, 5 AM ਕਲੱਬ, 8 ਹੈਬਿਟ, 7 ਹੈਬਿਟ, ਅਨਲਿਮਿਟਿਡ ਪਾਵਰ, ਅਤੇ ਥੱਲੇ ਉਹਨਾਂ ਦੇ ਤਰਜਮੇ ਨੇ, ਅਤੇ ਅੰਗਰੇਜ਼ੀ 'ਚ ਨੇ, ਥੱਲੇ ਤਰਜਮੇ 'ਚ। ਇਹ ਮੈਂ ਸੀਰਤ 'ਤੇ ਕਿਤਾਬਾਂ ਇਕੱਠੀਆਂ ਕੀਤੀਆਂ ਨੇ। ਹਯਾਤ ਮੁਹੰਮਦ, ਮੁਹਸਨ ਇਨਸਾਨੀਅਤ, ਰਹਿਮਤ ਆਲਮ, ਅਤੇ ਸੀਰਤ ਮੁਹਸਨ ਇਨਸਾਨੀਅਤ, ਅਤੇ ਮੁਹੰਮਦ ਐਟ ਮਦੀਨਾ, ਇੱਕ ਇੰਗਲਿਸ਼ 'ਚ ਕਿਸੇ ਅੰਗਰੇਜ਼ ਨੇ ਲਿਖੀ ਸੀ। ਇਹ ਜਿਹੜੀ ਹੈ ਤਫਹੀਮੁਲ ਕੁਰਾਨ ਤਫਸੀਰ ਹੈ ਮੌਲਾਨਾ ਮਦੂਦੀ ਦੀ। ਹੈ 6 ਜਿਲਦਾਂ ਨੇ। ਮੈਂ ਰਮਜ਼ਾਨ ਦੇ ਵਿੱਚ 1 ਮਹੀਨੇ ਸਾਰੀਆਂ ਪੜ੍ਹ ਛੜੀਆਂ ਹਨ। ਯਾਨੀ ਕਿ ਤੁਸੀਂ ਵੇਖੋ ਆਪਣੀ ਜ਼ੁਬਾਨ ਦੇ ਵਿੱਚ ਬੰਦੇ ਦੀ ਕਿੰਨੀ ਜ਼ਿਆਦਾ ਰਫਤਾਰ ਹੁੰਦੀ ਹੈ ਪੜ੍ਹਨ ਦੀ। ਅਤੇ ਇਹ ਵਿੱਚ ਕੋਈ ਇੰਟਰਨੈਸ਼ਨਲ ਰਿਲੇਸ਼ਨ ਦੀਆਂ ਕਿਤਾਬਾਂ ਨੇ, ਕੋਈ ਨੋਟਸ ਨੇ ਜਿਹੜੇ CSS ਦੇ ਦੌਰਾਨ ਨੇ। ਕਹਿਣ ਦਾ ਮਕਸਦ ਹੈ ਕਿ ਅੱਧੇ ਤੋਂ ਜ਼ਿਆਦਾ ਕਿਤਾਬਾਂ ਮੇਰੇ ਕੋਲ ਅੰਗਰੇਜ਼ੀ 'ਚ ਨੇ, ਅਤੇ ਉਹ ਪੜ੍ਹੀਆਂ ਨੇ। ਸਾਨੂੰ ਮਜਬੂਰ ਕੀਤਾ ਗਿਆ ਕਿ ਅੰਗਰੇਜ਼ੀ 'ਚ ਪੜ੍ਹੋ। ਹਾਲੇ ਉਰਦੂ ਜਾਂ ਪੰਜਾਬੀ 'ਚ ਹੋਣ, ਉਹ ਮੇਰੀ ਉਹਦੇ 'ਚ ਸਪੀਡ ਵੀ ਜ਼ਿਆਦਾ ਹੈ, ਅਤੇ ਆਮ ਬੰਦੇ ਦੀ ਵੀ ਸਪੀਡ ਜ਼ਿਆਦਾ। ਹੁਣ ਐਡਵਾਂਸ ਹਿਸਟਰੀ ਆਫ ਇੰਡੀਆ ਹਰ ਪਾਕਿਸਤਾਨੀ ਨੂੰ ਪੜ੍ਹਨੀ ਚਾਹੀਦੀ ਹੈ, ਕਿਉਂਕਿ ਉਹ ਹਿੰਦੂ ਕੀ ਸੋਚ ਰਹੇ ਨੇ, ਉਹ ਉਹਨਾਂ ਨੇ ਕੀ ਤਾਰੀਖ ਲਿਖੀ ਹੈ। ਕਿਉਂਕਿ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਪੇਗੈਂਡਾ ਮੁਸਲਮਾਨਾਂ ਦੇ ਖਿਲਾਫ ਹੋ ਰਿਹਾ। ਇਹ ਸਾਰੀਆਂ ਕਿਤਾਬਾਂ ਜੇ ਉਰਦੂ 'ਚ ਹੋਣ, ਅਜਿਹੇ ਐਡਵਾਂਸ ਮਾਡਰਨ ਵਰਲਡ ਹਿਸਟਰੀ ਹੈ, ਇਹ ਉਰਦੂ 'ਚ ਸਾਨੂੰ ਪੜ੍ਹਨ ਦੀ ਤਾਂ ਪੜ੍ਹਾਂਗੇ ਅਸੀਂ ਜੇ ਇੱਥੇ ਤਾਕਤ ਦੀ ਜ਼ਬਾਨ ਉਰਦੂ ਜਾਂ ਪੰਜਾਬੀ ਹੋਏ। ਇੱਥੇ ਤਾਕਤ ਔਰ ਨੌਕਰੀ ਔਰ ਰਿਜ਼ਕ ਦੀ ਜ਼ਬਾਨ ਜਿਹੜੀ ਉਹ ਅੰਗਰੇਜ਼ੀ ਹੈ ਪਾਕਿਸਤਾਨ ਦੇ ਵਿੱਚ। ਅਤੇ ਅਸੀਂ ਕਿਉਂ ਪੜ੍ਹਾਂਗੇ ਉਰਦੂ ਦੀਆਂ ਕਿਤਾਬਾਂ? ਜਿੰਨੀ ਦੇਰ ਤੱਕ ਇੱਜ਼ਤ ਦੀ ਜ਼ਬਾਨ ਔਰ ਰੋਜ਼ਗਾਰ ਦੀ ਜ਼ਬਾਨ ਪੰਜਾਬੀ ਜਾਂ ਉਰਦੂ ਨਾ ਹੋਈ, ਸਾਨੂੰ ਮਜਬੂਰੀ ਰਹੇਗੀ ਅੰਗਰੇਜ਼ੀ 'ਚ ਪੜ੍ਹਨ ਦੀ। ਔਰ ਅੰਗਰੇਜ਼ੀ 'ਚ ਪੜ੍ਹ ਕੇ ਵੀ ਸਾਨੂੰ ਕੱਖ ਲੱਭਣਾ ਨਹੀਂ। ਇੰਨੀਆਂ ਕਿਤਾਬਾਂ ਪੜ੍ਹ ਕੇ ਇਹਨਾਂ ਨੇ ਜੀ 20,000 ਦੀ ਨੌਕਰੀ ਦਿੱਤੀ ਸੀ, ਉਸ ਤੋਂ ਬਾਅਦ ਉਹਦੇ 'ਚ 2,000 ਰੁਪਈਆ 6 ਮਹੀਨੇ ਬਾਅਦ ਵਾਧਾ ਕਰ ਲਓ ਤੁਸੀਂ। ਜਿੰਨੇ ਸਰਕਾਰੀ ਮੁੰਡੇ ਨੇ ਨੌਕਰੀਆਂ ਜਾਂਦੇ ਨੇ, 30 ਸਾਲ ਉਹ ਪੜ੍ਹਦੇ ਨੇ, ਉਸ ਤੋਂ ਬਾਅਦ ਉਹਨਾਂ ਨੂੰ 20 ਤੋਂ 25 ਜਾਂ 30 ਜਾਂ 40-50 ਹਜ਼ਾਰ ਦੀ ਨੌਕਰੀ ਵੀ ਜਿਹਦੀ 17ਵੇਂ ਸਕੇਲ 'ਚ ਲੱਗ ਗਈ ਹੈ, ਉਹਦਾ ਵੀ ਗੁਜ਼ਾਰਾ ਨਹੀਂ ਹੋਣਾ। ਉਹ ਸ਼ਾਦੀ ਕਰੇ, ਉਹ ਆਪਣਾ ਖਰਚੇ ਕਰੇ, ਬੱਚਿਆਂ ਨੂੰ ਪੜ੍ਹਾਉਣ ਦੇ ਇੰਨੇ ਖਰਚੇ ਨੇ, ਬੱਚੇ ਦੇ ਜੰਮਣ 'ਤੇ ਬੜਾ ਜ਼ਿਆਦਾ ਖਰਚਾ ਹੈ, ਅਤੇ ਉਹ ਬੰਦੇ ਹਰਾਮ ਨਾ ਕਮਾਉਣ, ਅਤੇ ਉਹ ਫਿਰ ਕਿੱਧਰ ਜਾਣ? ਤਾਂ ਹੀ 92,000 ਬੰਦਾ ਪਾਕਿਸਤਾਨ ਛੱਡ ਗਿਆ ਪੜ੍ਹਿਆ ਲਿਖਿਆ, ਉਂਝ ਤਾਂ 7 ਲੱਖ ਛੱਡ ਗਿਆ। ਅਤੇ ਜਿੰਨੀ ਦੇਰ ਤੱਕ ਤੁਸੀਂ ਕੌਮ 23 ਕਰੋੜ ਲੋਕਾਂ ਦੇ ਉੱਤੇ ਗੁਲਾਮੀ ਦੀ ਰਾਤ ਮੁਸੱਲਤ ਰੱਖਣੀ ਹੈ, ਔਰ ਉਸ ਗੁਲਾਮੀ ਦਾ ਨਤੀਜਾ ਇਹ ਹੋਣਾ ਕਿ ਉਹ ਰਿਜ਼ਕ ਕਮਾਉਣ ਦੇ ਵੀ ਕਾਬਲ ਨਹੀਂ ਹੋਣੇ। ਮਤਲਬ ਇੰਨਾ ਪੜ੍ਹ ਕੇ ਵੀ ਉਹ ਹਲਾਲ ਰਿਜ਼ਕ ਇੰਨਾ ਨਹੀਂ ਕਮਾ ਸਕਦੇ ਕਿ ਉਹ ਗੁਜ਼ਾਰਾ ਕਰਨ, ਅਤੇ ਉਹਨਾਂ ਫਿਰ ਮੁਲਕ ਛੱਡ ਕੇ ਨੱਸ ਜਾਣਾ। ਜਿੰਨੀ ਦੇਰ ਤੱਕ 23 ਕਰੋੜ ਲੋਕਾਂ ਨੂੰ ਤੁਸੀਂ ਮਹਾਰਤ ਨਹੀਂ ਸਿਖਾਉਣੀ, ਸਕਿੱਲ ਨਹੀਂ ਸਿਖਾਉਣੀ, ਜਿਵੇਂ ਜਾਪਾਨ ਔਰ ਜਰਮਨੀ 'ਚ ਸਿਖਾਈ ਜਾਂਦੀ ਹੈ ਬੱਚਿਆਂ ਨੂੰ। 18 ਸਾਲ 19 ਸਾਲ ਦੇ ਬੱਚੇ
ਆਪਣਾ ਰਿਜ਼ਕ ਔਰ ਆਪਣੇ ਵਿਆਹ ਕਰਕੇ ਕਮਾਉਣ ਦੇ ਇੰਨੇ ਕੁ ਉਹਨਾਂ ਨੂੰ ਪੈਸੇ ਮਿਲਦੇ ਨੇ ਕਿ ਉਹ ਗੁਜ਼ਾਰਾ ਕਰ ਸਕਦੇ ਨੇ। ਇੱਥੇ ਇੰਨਾ ਕੁਛ ਪੜ੍ਹ ਕੇ ਇਹ ਤਾਂ ਹਾਲੇ ਮੇਰੀਆਂ ਯਾਨੀ ਕਿ 30% ਕਿਤਾਬਾਂ ਨੇ, ਬਾਕੀ ਕਿਤਾਬਾਂ ਉੱਤੇ ਪਈਆਂ ਨੇ। ਇੰਨਾ ਪੜ੍ਹ ਕੇ ਵੀ ਜੇ ਤੁਹਾਡੀ ਨੌਕਰੀ 50,000 ਤੁਸੀਂ ਕਮਾ ਰਹੇ ਹੋ ਅਤੇ ਤੁਸੀਂ ਹਰਾਮ ਹੀ ਨਹੀਂ ਕਮਾਉਣਾ ਚਾਹੁੰਦੇ ਤਾਂ ਤੁਹਾਡਾ ਗੁਜ਼ਾਰਾ ਨਹੀਂ ਹੋਣਾ, ਤੁਹਾਨੂੰ ਇਸ ਮੁਲਕ 'ਚੋਂ ਨੱਸਣਾ ਹੀ ਪੈਣਾ। ਅਤੇ ਇਹਦਾ ਇੱਕੋ ਹੀ ਤਰੀਕਾ ਕਿ ਕੌਮ ਨੂੰ ਪ੍ਰੋਡਕਟਿਵ ਬਣਾਇਆ ਜਾਏ। ਪ੍ਰੋਡਕਟਿਵ ਕੌਮ ਉਦੋਂ ਬਣੇਗੀ ਜਦੋਂ ਆਪਣੀ ਜ਼ੁਬਾਨ ਦੇ ਵਿੱਚ ਉਹਨਾਂ ਨੂੰ ਹੁਨਰ ਸਿਖਾਇਆ ਜਾਏਗਾ ਔਰ ਇਲਮ ਸਿਖਾਇਆ ਜਾਏਗਾ, ਔਰ ਥੋੜ੍ਹੀ ਉਮਰ ਦੇ ਵਿੱਚ ਉਹ ਜ਼ਿਆਦਾ ਪੜ੍ਹ ਲੈਣਗੇ। ਸਾਨੂੰ ਤਾਂ ਸਾਰੀ ਉਮਰ ਜ਼ਾਇਆ ਕਰਕੇ ਇੰਨਾ ਪੜ੍ਹਿਆ ਗਿਆ ਹੈ। ਅਤੇ ਸਾਡੇ ਮੁਕਾਬਲੇ ਦੇ ਵਿੱਚ ਇੱਕ ਆਮ ਅੰਗਰੇਜ਼, ਜਰਮਨ ਜਾਂ ਜਾਪਾਨੀ ਬੱਚਾ ਉਹਨੇ 500 600 ਕਿਤਾਬ ਪੜ੍ਹੀ ਹੈ ਅਤੇ ਉਹ ਤਾਂ ਵੱਡੇ ਸਕਾਲਰ ਨੇ। ਅਤੇ ਜਿਹੜੇ ਉਹ ਸਕਿੱਲ ਵਾਲੇ ਬੰਦੇ ਨੇ ਉਹਨਾਂ ਨੇ 10ਵੀਂ ਤੋਂ ਬਾਅਦ ਉਹਨਾਂ 3 ਸਾਲ ਡਿਪਲੋਮਾ ਕੀਤਾ, ਉਸ ਤੋਂ ਬਾਅਦ ਉਹ ਆਪਣਾ ਰਿਜ਼ਕ ਕਮਾ ਰਹੇ ਨੇ। ਇੱਥੇ ਪਿੰਡਾਂ ਦੇ ਪਿੰਡ ਮੁੰਡੇ ਬਹਿ ਕੇ ਚਰਸਾਂ ਪੀ ਰਹੇ ਨੇ, ਸ਼ਹਿਰਾਂ ਦੇ ਵਿੱਚ ਅੰਦਰੂਨ ਸ਼ਹਿਰ ਦੇ ਵਿੱਚ ਮਤਲਬ ਕੀੜੇ ਮਕੌੜਿਆਂ ਵਾਲੀ ਜ਼ਿੰਦਗੀ ਗੁਜ਼ਾਰੀ ਜਾ ਰਹੀ ਹੈ, ਕਿਉਂਕਿ ਉਹਨਾਂ ਨੂੰ ਕੋਈ ਸਕਿੱਲ ਨਹੀਂ ਦਿੱਤੀ ਗਈ। ਉਹਨਾਂ ਨੂੰ ਕਿਹਾ ਬਸ ਤੁਸੀਂ ਵੱਡੇ ਹੋਵੋ ਔਰ ਕ੍ਰਾਈਮ ਕਰੋ, ਇਹ ਉਹਨਾਂ ਦੀ ਜ਼ਿੰਦਗੀ ਹੈ। ਅਤੇ ਅੱਲਾ ਕਰੇ ਸਾਡੀ ਕੌਮ ਨੂੰ ਅਕਲ ਆ ਜਾਏ ਅੰਗਰੇਜ਼ ਦੀ ਗੁਲਾਮੀ ਦੇ ਖਿਲਾਫ, ਔਰ ਸਾਨੂੰ ਸਾਡੀ ਜ਼ੁਬਾਨ ਦੇ ਵਿੱਚ ਇਲਮ ਵੀ ਸਿਖਾਇਆ ਜਾਏ ਔਰ ਹੁਨਰ ਵੀ ਸਿਖਾਇਆ ਜਾਏ। ਅਸਲਾਮ ਵਾਲੇਕੁਮ।